ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਸਾਰ ਚੈਨਲ ਤੇ ਮੈਂ ਤੁਹਾਡੇ ਨਾਲ ਸੁਖਜਿੰਦਰ ਮਾਨ। ਰੂਸ ਤੇ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਦਾ ਪੰਜਾਬ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀਆਂ ਦੀ ਜਾਨ ਵੀ ਮੁੱਠੀ ਦੇ ਵਿੱਚ ਆਈ ਹੋਈ ਹੈ, ਕਿਉਂਕਿ ਪੰਜਾਬ ਤੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚੇ ਯੂਕਰੇਨ ਦੀਆਂ ਵੱਖ-ਵੱਖ ਮੈਡੀਕਲ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਪੜ੍ਹਾਈ ਕਰ ਰਹੇ ਹੈ। ਇਹਨਾਂ ਦਿਨਾਂ ਦੇ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਕਾफ़ी सारे ਜਿਹੜੇ ਬੱਚੇ ਹੈ ਉੱਥੋਂ ਆਪਣੀ ਜਾਨ ਬਚਾ ਕੇ ਨਿਕਲਣ ਵਿੱਚ ਸਫਲ ਹੋ ਗਏ ਹੈ। ਹਾਲਾਂਕਿ ਉਹਨਾਂ ਦੇ ਬਹੁਤ ਸਾਰਾ ਕੀਮਤੀ ਸਮਾਨ, ਦਸਤਾਵੇਜ਼ ਜਿਨ੍ਹਾਂ ਉਹਨਾਂ ਨੇ ਪੜ੍ਹਾਈਆਂ ਕੀਤੀਆਂ ਸੀ ਉਹ ਉੱਥੇ ਯੂਕਰੇਨ ਦੇ ਵਿੱਚ ਰਹਿ ਗਿਆ ਦੱਸਿਆ ਜਾ ਰਿਹਾ ਹੈ। ਅੱਜ ਅਸੀਂ ਬਠਿੰਡਾ ਦੇ ਇੱਕ ਨੌਜਵਾਨ ਨਾਲ ਗੱਲਬਾਤ ਕਰਨ ਪੁੱਜੇ ਹਾਂ। ਕਰਮਵੀਰ ਸਿੰਘ ਨਾਂ ਦੇ ਨੌਜਵਾਨ ਬੀਤੇ ਕੱਲ੍ਹ ਹੀ ਯੂਕਰੇਨ ਤੋਂ ਇੱਕ ਹਫ਼ਤੇ ਦੀ ਕਾफ़ੀ ਖੱਜਲ ਖੁਆਰੀ ਤੇ ਦੁਖਦਾਇਕ ਯਾਤਰਾ ਤੋਂ ਬਾਅਦ ਵਾਪਸ ਆਪਣੇ ਘਰ ਪੁੱਜਿਆ ਬਠਿੰਡਾ। ਸਾਡੇ ਨਾਲ ਹਨ ਕਰਮਵੀਰ ਸਿੰਘ। ਕਰਮਵੀਰ ਸਿੰਘ, ਤੁਹਾਡਾ ਸਵਾਗਤ ਹੈ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਰਮਵੀਰ, ਤੁਸੀਂ ਉੱਥੇ ਕਾਹਦੀ ਪੜ੍ਹਾਈ ਕਰ ਰਹੇ ਸੀ ਤੇ ਕਿੰਨਾ ਚਿਰ ਤੁਹਾਨੂੰ ਉੱਥੇ ਗਿਆ ਨੂੰ ਹੋ ਗਿਆ? ਤੁਹਾਡੀ ਯੂਨੀਵਰਸਿਟੀ ਜਾਂ ਕਾਲਜ ਦਾ ਕੀ ਨਾਮ ਸੀਗਾ? ਉਹ ਕਿਹੜੇ ਸ਼ਹਿਰ ਸੀ? ਸਰ ਮੈਂ ਐਕਚੁਅਲੀ 4 ਸਾਲ ਤੋਂ ਉੱਥੇ ਹਾਂ। ਮੈਂ MBBS ਕਰ ਰਿਹਾ ਸੀ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਤੋਂ ਜੀ। ਅਤੇ ਪਿਛਲੇ ਮੈਂ 4 ਸਾਲ ਤੋਂ ਉੱਥੇ ਹੀ ਸੀਗਾ। ਅਤੇ ਕਰਮਵੀਰ, ਉੱਧਰ ਜੰਗ ਲੱਗਦੀ ਹੈ, ਸਭ ਤੋਂ ਪਹਿਲਾਂ ਤੁਹਾਡਾ ਫਸਟ ਰਿਐਕਸ਼ਨ ਕੀ ਸੀ? ਮਤਲਬ ਕਿ ਕਿੱਦਾਂ ਤੁਹਾਨੂੰ ਮਹਿਸੂਸ ਹੋਇਆ ਜਦੋਂ ਜਿਹੜੀ ਉੱਥੇ ਇਹ ਹਾਲਾਤ ਬਣੇ? ਸਰ ਜਿਸ ਹੁਣ 24 ਤਰੀਕ ਨੂੰ ਸਟਾਰਟ ਹੋਇਆ ਸੀ, 23 ਨੂੰ ਅਸੀਂ ਮਤਲਬ ਨਿਊਜ਼ ਵਗੈਰਾ ਦੇਖ ਕੇ ਸਾਰਾ ਘਰੇ ਗੱਲ ਕਰਕੇ ਸੁੱਤੇ ਹਾਂ ਕਿ ਸਭ ਕੁਝ ਠੀਕ ਹੈ, ਕੁਝ ਨਹੀਂ ਹੋਊਗਾ। ਮਤਲਬ ਪਹਿਲਾਂ ਤਾਂ ਲੱਗ ਰਿਹਾ ਸੀ ਹੋ ਵੀ ਸਕਦਾ, ਬਟ ਜਿਸ ਹਿਸਾਬ ਦੇ ਹਾਲਾਤ ਸੀਗੇ ਕੁਝ ਨਹੀਂ ਸੀਗਾ। ਇੱਕਦਮ ਅਨਐਕਸਪੈਕਟਡਲੀ ਹੋਇਆ ਹੈ। ਸੁਬਾਹ ਸਟਾਰਟ ਹੋਇਆ, ਜੋ ਸੁਬਾਹ ਅਸੀਂ 5 ਵਜੇ ਸ਼ੈਲਿੰਗ ਦੀ ਆਵਾਜ਼ ਨਾਲ ਹੀ ਉੱਠੇ ਹਾਂ ਜੀ। ਉਸ ਤੋਂ ਬਾਅਦ ਤਾਂ ਬਹੁਤ ਮਿਕਸਡ ਫੀਲਿੰਗ, ਮਤਲਬ ਪਤਾ ਨਹੀਂ ਲੱਗ ਰਿਹਾ ਸੀ ਹੁਣ ਕੀ ਕਰੀਏ, ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ, ਹੁਣ ਕਿੱਧਰ ਜਾਈਏ। ਤਾਂ ਬਸ ਉਸ ਤੋਂ ਬਾਅਦ ਤਾਂ ਬਸ ਟੈਨਸ਼ਨ ਦਾ ਹੀ ਮਾਹੌਲ ਸੀਗਾ। ਅਤੇ ਬਸ ਕਿਵੇਂ ਨਾ ਕਿਵੇਂ ਇਕੱਠਾ ਕਰਕੇ ਸਾਰਾ ਸਮਾਨ ਜਿੰਨਾ ਕੁ ਸਾਡੇ ਤੋਂ ਹੋ ਸਕਿਆ, ਜ਼ਰੂਰੀ ਚੀਜ਼ਾਂ, ਡਾਕੂਮੈਂਟਸ ਵਗੈਰਾ, 1-2 ਦਿਨਾਂ ਦੇ ਕੱਪੜੇ ਵਗੈਰਾ ਥੋੜ੍ਹਾ ਬਹੁਤ ਚੱਕ ਕੇ ਉਹ ਨਿਕਲੇ ਆ ਬਸ ਉੱਥੋਂ। ਜਿੱਦਾਂ ਅਖਬਾਰਾਂ ਦੇ ਵਿੱਚ ਕਾफ़ੀ ਚਿਰ ਪਹਿਲਾਂ ਤੋਂ ਹੀ ਟੈਨਸ਼ਨ ਵਾਲਾ ਜਿਹੜਾ ਮਾਹੌਲ ਬਣਨ ਦੀ ਖਬਰਾਂ ਆ ਰਹੀਆਂ ਸੀਗੀਆਂ, ਚਰਚਾ ਇਹ ਚੱਲ ਰਹੀ ਸੀਗੀ ਕਿ ਕਾफ़ੀ ਦਿਨਾਂ ਤੋਂ ਉੱਥੇ ਜਿਹੜਾ ਰਸ਼ੀਆ ਹੈਗਾ ਬਾਰਡਰ 'ਤੇ, ਯੂਕਰੇਨ ਦੇ ਬਾਰਡਰ 'ਤੇ ਆਪਣੀ ਫੌਜ ਇਕੱਠੀ ਕਰ ਰਿਹਾ। ਤੁਹਾਨੂੰ ਕੋਈ ਇਸ ਗੱਲ ਦਾ ਅਹਿਸਾਸ ਸੀ ਜਾਂ ਤੁਹਾਡੇ ਜਿਹੜੇ ਯੂਨੀਵਰਸਿਟੀ ਦੇ ਪ੍ਰਬੰਧਕ ਸੀ ਉਹਨਾਂ ਨੇ ਤੁਹਾਡੇ ਧਿਆਨ 'ਚ ਲਿਆਂਦਾ ਹੋਵੇ ਕਿ ਮਾਹੌਲ ਖ਼ਰਾਬ ਹੋਣ ਜਾ ਰਿਹਾ ਹੈ, ਜਾਂ ਹੋ ਸਕਦਾ ਹੈ ਕਿ ਤੁਸੀਂ ਆਪਣਾ ਇੰਤਜ਼ਾਮ ਕਰ ਲਓ? ਸਰ ਇਹੋ ਜਿਹਾ ਓਫੀਸ਼ੀਅਲ ਕੋਈ ਨਹੀਂ ਆਇਆ ਸੀਗਾ ਸਾਡੇ ਕੋਲ ਸਟੇਟਮੈਂਟ। ਸਾਨੂੰ ਜਿੰਨੇ ਵੀ ਸਭ ਨੇ ਆਏ ਕਿਹਾ ਸੀ ਵੀ ਤੁਸੀਂ ਅੰਬੈਸੀ ਦਾ ਧਿਆਨ ਰੱਖੋ, ਜੋ ਅੰਬੈਸੀ ਕਹਿੰਦੀ ਉਹ ਕਰੋ। ਅਤੇ ਅੰਬੈਸੀ ਨੇ ਜਿੰਨਾ ਚਿਰ ਸ਼ੈਲਿੰਗ ਸਟਾਰਟ ਨਹੀਂ ਹੋਈ 24 ਤਰੀਕ ਨੂੰ, ਉਹਨਾਂ ਚਿਰ ਕੁਝ ਓਫੀਸ਼ੀਅਲ ਨਹੀਂ ਪਾਇਆ ਕਿ ਤੁਹਾਨੂੰ ਨਿਕਲਣਾ ਚਾਹੀਦਾ ਜਾਂ ਤੁਹਾਨੂੰ ਰਹਿਣਾ ਚਾਹੀਦਾ। ਉਹਨਾਂ ਚਿਰ ਕੋਈ ਸਟੇਟਮੈਂਟ, ਜਿਸ ਦਿਨ ਸਟਾਰਟ ਹੋਈ ਹੈ ਉਸ ਦਿਨ ਅੰਬੈਸੀ ਨੇ ਨੋਟਿਸ ਡਾਲਿਆ ਵੀ ਤੁਸੀਂ ਚਲੇ ਜਾਓ। ਉਦੋਂ ਕੋਈ ਫਿਰ ਫਾਇਦਾ ਨਹੀਂ ਸੀ, ਏਅਰ ਸਪੇਸ ਵਗੈਰਾ ਕਿਉਂਕਿ ਸਾਰਾ ਬੰਦ ਹੋ ਚੁੱਕਿਆ ਸੀ ਉੱਥੇ। ਜਿਵੇਂ ਬਾਕੀ ਅਮਰੀਕਾ ਹੋਵੇ, ਕੋਈ ਵੀ ਕੰਟਰੀ ਹੋ ਗਈ, ਸਭ ਨੇ ਬੋਲਤਾ ਸੀ ਪਹਿਲਾਂ ਹੀ ਕਿ ਆਪਣੇ ਤੁਸੀਂ ਨਿਕਲ ਜਾਓ। ਸਿਵਿਲੀਅਨਸ ਨੂੰ ਜਾਂ ਜਿਹੜੇ ਉੱਥੇ ਓਫੀਸ਼ੀਅਲ ਸੀਗੇ ਅੰਬੈਸੀ ਲੋਕ, ਉਹਨਾਂ ਨੂੰ ਤਾਂ ਸਾਰਿਆਂ ਨੂੰ ਉਹਨਾਂ ਨੇ ਇਵੈਕੂਏਟ ਹੀ ਕਰ ਲਿਆ ਸੀ। ਅਤੇ ਬਾਕੀਆਂ ਨੂੰ ਉਹਨਾਂ ਨੇ ਕਹਿ ਤਾ ਸੀ ਵੀ ਜੋ ਸਿਟੀਜ਼ਨਸ ਆ ਅਮਰੀਕਾ ਦੇ ਜਾਂ ਕਿਸੇ ਵੀ ਕੰਟਰੀ ਦੇ ਸਿਟੀਜ਼ਨਸ ਆ, ਸਭ ਨੇ ਕਹਿ ਤਾ ਸੀ ਵੀ ਤੁਸੀਂ ਨਿਕਲ ਜਾਓ। ਬਟ ਇੰਡੀਆ 'ਚੋਂ ਕੋਈ ਇਹੋ ਜਿਹੀ ਓਫੀਸ਼ੀਅਲ ਸਟੇਟਮੈਂਟ ਨਹੀਂ ਆਈ ਸਾਨੂੰ ਵੀ ਤੁਹਾਨੂੰ ਨਿਕਲਣਾ ਚਾਹੀਦਾ ਜਾਂ ਤੁਹਾਨੂੰ ਰਹਿਣਾ ਚਾਹੀਦਾ। ਇੱਕ ਇਹ ਵੀ ਵਿੱਚ ਇੱਥੇ ਜਿਹੜੀ ਚਰਚਾ, ਜਿਹੜੇ ਯੂਕਰੇਨੀਅਨ ਹੈ ਉਹਨਾਂ ਨੇ ਵੀ ਕੋਈ ਰੋਕ ਲਗਾਈ ਹੈ ਉੱਥੇ? ਬੱਚੇ ਜਿਹੜੇ ਇੰਡੀਅਨ ਸੀਗੇ, ਇੱਕ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ ਵੀ ਨਹੀਂ ਰੁਕੋ ਇੱਥੇ, ਸ਼ੈਲਟਰ ਲਿਆ ਗਿਆ ਉਹਨਾਂ ਦਾ, ਜਾਂ ਉਹਨਾਂ ਨੂੰ ਫੌਜ ਦੇ ਵਿੱਚ ਕੰਮ ਕਰਨ ਦੇ ਲਈ ਕਿਹਾ ਗਿਆ? ਨਹੀਂ ਸਰ, ਇਹੋ ਜਿਹਾ ਉਹਨਾਂ ਵੱਲੋਂ ਕੁਛ ਨਹੀਂ ਕੀਤਾ ਕਿ ਨਾ ਉਹਨਾਂ ਨੇ ਕਿਸੇ ਇੰਡੀਅਨ ਨੂੰ ਫੋਰਸ ਕੀਤਾ, ਨਾ ਕਿਸੇ ਨੂੰ ਉਹਨਾਂ ਨੇ ਫੋਰਸ ਨਹੀਂ ਕੀਤਾ। ਹਾਂ, ਉਹਨਾਂ ਨੇ ਕਿਹਾ ਸੀਗਾ ਜ਼ਰੂਰ ਵੀ ਤੁਸੀਂ ਸਾਡੀ ਹੈਲਪ ਕਰੋ, ਲੜੋ, ਬਟ ਉਹ ਸਿਰਫ ਉਹਨਾਂ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਜਿਹੜੇ ਉਹਨਾਂ ਦੇ ਸਿਟੀਜ਼ਨ ਸੀਗੇ, ਯੂਕਰੇਨੀਅਨਸ ਆ ਜਿਹੜੇ, ਸਿਰਫ ਉਹਨਾਂ ਨੂੰ, ਕਿਸੇ ਇੰਡੀਅਨ ਨੂੰ ਉਹਨਾਂ ਨੇ ਕੁਛ ਨਹੀਂ ਫੋਰਸ ਕੀਤਾ ਵੀ ਤੁਸੀਂ ਸਾਨੂੰ ਲੜੋ। ਬਲਕਿ ਸਾਡੀ ਹੈਲਪ ਕੀਤੀ ਗਈ ਆ ਉਹਨਾਂ ਵੱਲੋਂ, ਉਹਨਾਂ ਨੇ ਬਹੁਤ ਹੈਲਪ ਕੀਤੀ ਸਾਡੀ। ਮਤਲਬ ਜਦੋਂ ਬੰਕਰ 'ਚ ਹੁੰਦੇ ਸੀ, ਜਦੋਂ ਪਾਣੀ ਵਗੈਰਾ ਵੀ ਉਹਨਾਂ ਦੀ ਮਿਲਟਰੀ ਨੇ ਸਾਨੂੰ ਦਿੱਤਾ, ਸਪਲਾਈ ਕੀਤਾ ਸਾਨੂੰ ਪਾਣੀ ਵਗੈਰਾ, ਜਾਂ ਥੋੜ੍ਹਾ ਬਹੁਤ ਜਿੰਨਾ ਉਹ ਕਰ ਸਕਦੇ ਸੀਗੇ, ਕਿਉਂਕਿ ਉਸ ਵਕਤ ਉਹਨਾਂ ਦੀ ਹਾਲਤ, ਕਿਉਂਕਿ ਵਾਰ ਚੱਲ ਰਹੀ ਹੈ। ਬਾਕੀ ਸਾਨੂੰ ਫੋਰਸ ਕੁਛ ਨਹੀਂ ਕੀਤਾ ਗਿਆ ਵੀ ਤੁਸੀਂ ਸਾਡੇ ਲਈ ਲੜੋ ਜਾਂ ਇਹੋ ਜਿਹਾ ਕੁਛ ਨਹੀਂ ਹੋਇਆ ਜੀ। ਇੱਕ ਆਪਾਂ ਫਿਰ ਉੱਧਰ ਮੁੜ ਕੇ ਆਉਣੇ ਉਸੇ ਗੱਲ 'ਤੇ, ਜਦੋਂ 24 ਤਰੀਕ ਨੂੰ ਸ਼ੈਲਿੰਗ ਸ਼ੁਰੂ ਹੋ ਗਈ, ਥੋੜ੍ਹੀ ਜਿਹੀ ਉਸ ਦੀ ਬਰੀਫ ਕਹਾਣੀ ਫਿਰ ਕੀਤਾ ਤੁਸੀਂ, ਜਿਹੜੇ ਤੁਹਾਡੇ 2-3 ਦਿਨ ਬੀਤੇ ਹੈ ਉਹ ਕਿਸ ਤਰ੍ਹਾਂ ਰਹੇ? ਸਰ 24 ਤਰੀਕ ਨੂੰ ਸੁਬਾਹ 4:30-5 ਦਾ ਟਾਈਮ ਸੀ ਜਦੋਂ ਪਹਿਲੀ ਸ਼ੈਲਿੰਗ ਸਟਾਰਟ ਹੋਈ ਹੈ। ਉਸ ਦੀ ਆਵਾਜ਼ ਨਾਲ ਹੀ ਅਸੀਂ ਉੱਠੇ ਹਾਂ, ਕਿਉਂਕਿ ਖਾਰਕਿਵ ਬਾਰਡਰ ਤੋਂ ਸਿਰਫ 20 ਤੋਂ 25 ਕਿਲੋਮੀਟਰ ਦੂਰ ਹੈ ਰਸ਼ੀਆ। ਹਾਂਜੀ। ਅਤੇ ਉਸ ਤੋਂ ਬਾਅਦ ਜਦੋਂ ਸ਼ੈਲਿੰਗ ਸਟਾਰਟ ਹੋਈ ਹੈ, ਉਸ ਤੋਂ ਬਾਅਦ ਤਾਂ ਵਿੱਚ ਅਸੀਂ ਕੋਂਟੈਕਟ ਕੀਤਾ ਇੱਕ ਦੂਸਰੇ ਨੂੰ, ਜਿਹੜੇ ਸਾਡੇ ਮਤਲਬ ਉੱਥੇ ਫਰੈਂਡਸ ਵਗੈਰਾ ਰਹਿ ਰਹੇ ਸੀ, ਸਭ ਨੇ ਗੱਲ ਕੀਤੀ। ਅਤੇ ਮਤਲਬ 10 ਮਿੰਟਾਂ ਦੇ ਵਿੱਚ ਅਸੀਂ ਬਸ ਉਦੋਂ ਆਈ ਡਿਸਾਈਡ ਕੀਤਾ ਸੀ ਵੀ ਜੋ ਡਾਕੂਮੈਂਟਸ ਹੈ ਆਪਣੇ ਡਾਕੂਮੈਂਟਸ, ਅਤੇ ਜੋ 1-2 ਦਿਨਾਂ ਦੇ ਮਤਲਬ ਕੱਪੜੇ ਚੱਕ ਸਕਦੇ, ਜੋ ਮੈਕਸੀਮਮ ਥੋੜ੍ਹੇ ਤੋਂ ਥੋੜ੍ਹਾ ਸਮਾਨ ਚੱਕ ਕੇ ਇੱਕ ਜਗ੍ਹਾ ਇਕੱਠੇ ਹੋਣ ਦਾ ਸੋਚਿਆ ਸੀ। ਫਿਰ ਬਸ ਉਦੋਂ ਬਸ ਜਲਦੀ ਤੋਂ ਜਲਦੀ ਇਕੱਠਾ ਕਰਕੇ ਸਮਾਨ ਜਿੰਨਾ ਚੱਕ ਕੇ ਓਫੀਸ਼ੀਅਲ ਡਾਕੂਮੈਂਟਸ ਵਗੈਰਾ, ਬਸ ਅਸੀਂ ਇੱਕ ਥਾਂ 'ਤੇ ਪਹਿਲਾਂ ਤਾਂ ਇਕੱਠੇ ਹੋਏ, ਕਿਉਂਕਿ ਉਸ ਟਾਈਮ 'ਤੇ ਸਿਚੁਏਸ਼ਨ 'ਚ ਇਕੱਲੇ ਰਹਿਣਾ ਬਹੁਤ ਮੁਸ਼ਕਿਲ ਹੈ। ਬਿਲਕੁਲ।
ਬਹੁਤ ਜੋ ਕੁਝ ਚੱਲ ਰਿਹਾ ਹੁੰਦਾ ਬਾਹਰ, ਇਕੱਲਾ ਬੰਦਾ ਨਹੀਂ ਰਹਿ ਸਕਦਾ, ਜੇ ਨਾਲ ਹੋਵੇ ਬੰਦੇ ਨੂੰ ਹੌਸਲਾ ਰਹਿੰਦਾ, ਥੋੜਾ ਜਿਹਾ ਬੰਦਾ ਸਪੋਰਟ ਰਹਿੰਦਾ। ਇਸ ਲਈ ਪਹਿਲਾਂ ਸਭ ਤੋਂ ਸਟੈਪ ਅਸੀਂ ਆਹੀ ਕੀਤਾ, ਇਕੱਠੇ ਹੋਏ ਹਾਂ। ਉਸ ਤੋਂ ਬਾਅਦ ਅਸੀਂ ਗਏ ਹਾਂ ਖਾਣਾ ਵਗੈਰਾ ਦੇਖਣ, ਕਿਉਂਕਿ ਅਸੀਂ ਨਿਊਜ਼ ਦੇਖ ਰਹੇ ਸੀ ਨਾਲ ਕਹਿ ਰਹੇ ਸੀ ਵੀ ਸਟਾਰਟ ਹੋ ਚੁੱਕਿਆ ਇਹ, ਤੇ ਕੁਛ ਨਹੀਂ ਪਤਾ, ਹਾਂਜੀ, ਵੀ ਕੁਛ ਨਹੀਂ ਪਤਾ ਇਹ ਕਿੰਨਾ ਚਿਰ ਚੱਲੂ ਜਾਂ ਕੀ ਹੋਊਗਾ, ਇਹਦਾ ਕੀ ਮਤਲਬ ਕੰਕਲੂਜਨ ਨਿਕਲੂਗਾ, ਕੁਝ ਨਹੀਂ ਪਤਾ ਸੀ। ਉਸ ਤੋਂ ਸਮਾਨ ਵਗੈਰਾ ਲੈਣ ਗਏ ਹਾਂ ਅਸੀਂ 3-4 ਦਿਨਾਂ ਦਾ ਲੈ ਲਿਆ ਸੀ, ਪਾਣੀ ਵਗੈਰਾ ਲੈ ਲਿਆ, ਸਭ ਕੁਝ ਲਾਈਨਸ। ਜਦੋਂ ਤੱਕ ਅਸੀਂ ਸਮਾਨ ਲੈਣ ਪਹੁੰਚੇ ਅਸੀਂ ਜਸਟ 5 ਵਜੇ ਤੋਂ 8-9 ਵਜੇ ਤੱਕ ਸਮਾਨ ਲੈਣ, ਉਦੋਂ ਤੱਕ ਸਟੋਰਸ ਆਲਮੋਸਟ ਸਾਰੇ ਖਾਲੀ ਹੋ ਚੁੱਕੇ ਸੀ। ਅੱਛਾ, ਲੋਕ ਪਹਿਲਾਂ ਹੀ ਸਾਡੇ ਨਾਲ ਪਹਿਲਾਂ ਸਮਾਨ ਸਾਰਾ ਲੈ ਚੁੱਕੇ ਸੀ। ਤੇ ਜਦੋਂ ਅਸੀਂ ਪਹੁੰਚੇ ਸੀ ਮੈਕਸਿਮਮ ਜਿੰਨਾ ਸਾਨੂੰ ਮਿਲ ਸਕਦਾ ਸੀ ਜ਼ਿਆਦਾ ਤੋਂ ਜ਼ਿਆਦਾ ਸਮਾਨ ਲੈਤਾ। ਅਸੀਂ 2-3-4 ਦਿਨਾਂ ਦਾ ਸੋਚ ਕੇ ਚੱਲੇ ਸੀ ਵੀ ਚੱਲ ਮਿਨੀਮਮ 4 ਦਿਨਾਂ ਲਈ ਅਸੀਂ ਤਿਆਰ ਰਹੀਏ, ਬਟ ਸਾਨੂੰ ਨਹੀਂ ਪਤਾ ਸੀ ਵੀ ਇੰਨੀ ਲੰਬੀ ਚੱਲੂਗੀ ਇਹ ਗੱਲ। ਤੇ ਉਸ ਤੋਂ ਬਾਅਦ ਬਸ ਸਰ ਅਸੀਂ ਇੱਕ ਜਗ੍ਹਾ 'ਤੇ ਇਕੱਠੇ ਹੋਏ, ਉਹਦੀ ਸਾਨੂੰ ਬਸ ਉਸ ਤੋਂ ਜਸਟ 11-12 ਵਜੇ ਦਾ ਟਾਈਮ ਹੋ ਜਦੋਂ ਅਫੀਸ਼ੀਅਲ ਆ ਗਿਆ ਸੀਗਾ ਗਵਰਨਮੈਂਟ ਵੱਲੋਂ ਵੀ ਤੁਸੀਂ ਬੰਕਰ 'ਚ ਚਲੇ ਜਾਓ, ਬਾਹਰ ਫਲੈਟਸ ਵਗੈਰਾ ਨਹੀਂ ਸੇਫ। ਉਸ ਤੋਂ ਬਾਅਦ ਅਸੀਂ ਉਸ ਬੰਕਰ ਚਲੇ ਗਏ ਸੀ। ਇਹ ਬੰਕਰ ਤੁਹਾਡੇ ਕਿੱਥੇ ਬਣੇ ਹੋਏ ਸੀ? ਯੂਨੀਵਰਸਿਟੀ ਸੀਗੇ ਜਾਂ ਕੁਝ ਹੋਰ ਸਰਕਾਰ ਨੇ ਬਣਾਏ ਹੋਏ ਸੀਗੇ? ਸਰ ਇਹ ਪੁਰਾਣੇ ਬਣੇ ਹੋਏ ਆ, ਸੋਵੀਅਤ ਯੂਨੀਅਨ ਵਗੈਰਾ ਟਾਈਮ ਦੇ, ਉਸ ਟਾਈਮ ਦੇ ਬੰਕਰਸ ਹੈ ਸਾਰੇ। ਤੇ ਜਿਹੜੇ ਉਹਨਾਂ ਦਾ ਮੈਟਰੋ ਸਟੇਸ਼ਨ ਵੀ ਆ ਉਹ ਵੀ ਐਜ਼ ਅ ਬੰਕਰ ਹੀ ਐਕਟ ਕਰਦੇ ਆ। ਉਹ ਬਣੇ ਇਸ ਹਿਸਾਬ ਨਾਲ ਹੋਇਆ ਸੀ ਕਿ ਜਦੋਂ ਇਹੋ ਜਿਹੀ ਸਿਚੁਏਸ਼ਨ ਆਵੇ ਕੋਈ ਵੀ ਤਾਂ ਉਹਨੂੰ ਐਜ਼ ਅ ਬੰਕਰ ਯੂਜ਼ ਕੀਤਾ ਜਾ ਸਕੇ। ਤੇ ਬਾਕੀ ਹਰ ਬਿਲਡਿੰਗ ਦੇ ਜਿਹੜੇ ਬੇਸਮੈਂਟਸ ਹੁੰਦੇ ਆ ਉਹ ਵੀ ਇਸ ਹਿਸਾਬ ਨਾਲ ਹੀ ਬਣੇ ਹੋਏ ਆ ਸਾਰੇ। ਤੇ ਜਿਹੜੇ ਤੁਸੀਂ ਉੱਥੇ ਜਦੋਂ ਇਹ ਤੁਸੀਂ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਰਹਿ ਰਹੇ ਸੀ ਜਾਂ ਕੋਈ ਬਾਹਰ ਫਲੈਟ ਲਏ ਹੋਏ ਸੀ, ਤੇ ਕਿੰਨੇ ਕੁ ਭਾਰਤੀ ਵਿਦਿਆਰਥੀ ਸੀ ਜਿਹੜੇ ਤੁਸੀਂ ਇਹ ਪਹਿਲ ਦੇ ਆਧਾਰ ਤੇ ਇਕੱਠੇ ਹੋਏ? ਸਰ ਅਸੀਂ ਫਲੈਟਸ ਹੀ ਰਹਿ ਰਹੇ ਸੀਗੇ। ਹੋਸਟਲ 'ਚ ਮੋਸਟਲੀ ਫਸਟ ਈਅਰ ਜਾਂ ਮੇ ਬੀ ਸੈਕੰਡ ਈਅਰ ਦੇ ਬੱਚੇ ਰਹਿੰਦੇ ਆ, ਉਸ ਤੋਂ ਸਾਰੇ ਹੋਸਟਲ 'ਚੋਂ ਫਲੈਟ ਸ਼ਿਫਟ ਹੋਣਾ ਪ੍ਰੈਫਰ ਕਰਦੇ ਆ ਜੀ। ਤੇ ਅਸੀਂ ਜਿਹੜੇ ਸੀਗੇ ਅਸੀਂ 7 ਤੋਂ 8 ਲੋਕ ਸੀਗੇ ਜਿਹੜੇ ਇੱਕ ਸਾਲ ਅਸੀਂ ਪਹਿਲਾਂ ਮਿਲੇ ਆ ਇਕੱਠੇ, ਜਿਹੜੇ ਮਤਲਬ ਨਜ਼ਦੀਕ ਰਹਿੰਦੇ ਸੀ, ਮਤਲਬ 1-2 ਸਟੇਸ਼ਨ ਦਾ ਗੈਪ ਸੀਗਾ ਜਿਨ੍ਹਾਂ 'ਚ ਅਸੀਂ ਪਹਿਲਾਂ 7 ਤੋਂ 8 ਉਹ ਇਕੱਠੇ ਹੋਏ ਆ। ਉਸ ਤੋਂ ਬਾਅਦ ਅਸੀਂ ਬਾਕੀ ਜਿਹੜੇ ਥੋੜ੍ਹੇ 1-2 ਸਟੇਸ਼ਨ ਦੂਰ ਸੀਗੇ ਉਹਨਾਂ ਨਾਲ ਕੰਟੈਕਟ ਕੀਤਾ ਵੀ ਕਿੱਥੇ ਹੈ, ਫਿਰ ਬਸ ਉਸ ਤੋਂ ਕੰਟੈਕਟ ਕਰਕੇ ਮੋਸਟਲੀ ਉਹ ਤਕਰੀਬਨ ਸਾਰੇ ਮੈਟਰੋ 'ਚ ਜਾ ਚੁੱਕੇ ਸੀ। ਮੈਟਰੋ ਸਟੇਸ਼ਨ ਦੇ ਵਿੱਚ ਉੱਥੇ ਫਿਰ ਕਿੰਨੇ ਦਿਨ ਰਹੇ ਤੁਸੀਂ, ਤੇ ਖਾਣ ਪੀਣ ਦਾ ਫਿਰ ਉੱਥੇ ਮੈਟਰੋ ਦੇ ਵਿੱਚ ਕਿਵੇਂ ਤੁਹਾਡਾ ਪ੍ਰਬੰਧ ਹੁੰਦਾ ਸੀ? ਸਰ ਅਸੀਂ ਬਸ 24 ਨੂੰ ਦੁਪਹਿਰ 12 ਵਜੇ ਤੱਕ ਅਸੀਂ ਮੈਟਰੋ ਦੇ ਅੰਦਰ ਚਲੇ ਜਾ ਚੁੱਕੇ ਸੀ। ਤੇ ਉਸ ਤੋਂ ਬਾਅਦ ਅਸੀਂ ਉੱਥੇ ਰਹੇ ਹਾਂ 1-2 ਤਰੀਕ ਤੱਕ ਮੈਟਰੋ ਦੇ ਅੰਦਰ ਹੀ ਰਹੇ ਹਾਂ। ਸਵੇਰ ਨਿਕਲਦੇ ਹੁੰਦੇ ਸੀ 6 ਤੋਂ 7-8 ਵਜੇ ਤੱਕ, 2 ਘੰਟੇ ਸੀਜ਼ ਫਾਇਰ ਹੁੰਦਾ ਸੀ ਜੀ। ਸਟਾਰਟਿੰਗ 'ਚ 2 ਦਿਨ ਚੱਲਿਆ ਆਈ ਵੀ ਅਸੀਂ ਸਵੇਰ ਨਿਕਲਦੇ ਖਾਣਾ ਬਣਾ ਕੇ ਆ ਜਾਂਦੇ ਡੇਲੀ ਸਵੇਰ। ਉਸ ਤੋਂ ਬਾਅਦ ਜਦੋਂ ਕੰਟੀਨਿਊ ਸ਼ੈਲਿੰਗ ਹੋਣ ਲੱਗ ਗਈ, ਕੋਈ ਫਿਕਸ ਟਾਈਮ ਨਹੀਂ ਸੀ ਵੀ ਕਦੋਂ ਸ਼ੈਲਿੰਗ ਰੁਕੂ ਕਦੋਂ ਬੰਦ ਹੋਊ। ਉਸ ਤੋਂ ਬਾਅਦ ਸਰ ਅਸੀਂ 1-2 ਦਿਨ ਨਿਕਲੇ, ਮਤਲਬ ਆਪਣੇ ਰਿਸਕ 'ਤੇ ਨਿਕਲੇ ਆ ਵੀ ਇਸ ਟਾਈਮ ਵੀ ਜਦੋਂ ਲੱਗ ਰਿਹਾ ਹੁੰਦਾ ਸੀ ਵੀ ਥੋੜ੍ਹੀ ਆਵਾਜ਼ ਘੱਟ ਹੋਈ ਹੈ, ਹਾਂਜੀ, ਉਸ ਹਿਸਾਬ ਨਾਲ ਨਿਕਲਦੇ ਸੀ ਖਾਣਾ ਵਗੈਰਾ ਬਣਾ ਕੇ, ਫਿਰ 1 ਘੰਟੇ ਦੇ ਵਿੱਚ ਅਸੀਂ ਵਾਪਸ ਆ ਜਾਂਦੇ ਸੀ। ਤੁਹਾਡੇ ਨਾਲ ਉੱਥੇ ਇੰਡੀਅਨ ਜਿਹੜੀਆਂ ਕੋਈ ਪੰਜਾਬੀ ਲੜਕੀਆਂ ਵੀ ਸੀਗੀਆਂ ਜਾਂ ਜ਼ਿਆਦਾਤਰ ਲੜਕੇ ਸੀਗੇ? ਨਹੀਂ, ਲੜਕੀਆਂ ਸੀਗੀਆਂ ਸਰ, ਬਹੁਤ ਲੜਕੀਆਂ ਸੀ ਉੱਥੇ, ਮਤਲਬ ਪੰਜਾਬ ਹੋ ਗਿਆ, ਹਰ ਸਟੇਟ ਤੋਂ ਬਹੁਤ ਲੜਕੀਆਂ ਸੀ ਉੱਥੇ। ਇੱਕ ਕਰਮਵੀਰ ਕਹਿੰਦੇ ਜਦੋਂ ਉੱਥੇ ਮੈਟਰੋ ਦੇ ਵਿੱਚ ਜੋ ਸੁਣਨ ਦੇ ਵਿੱਚ ਆ ਰਿਹਾ ਕਿ ਉੱਥੇ ਸਿਚੁਏਸ਼ਨ ਇਹ ਸੀ ਕਿ ਤਿਲ ਸਿੱਟਣ ਜੋਗਰਾ ਥਾਂ ਨਹੀਂ ਸੀ, ਜਿਵੇਂ ਆਪਣੇ ਪੰਜਾਬੀ ਦੇ ਵਿੱਚ ਕਹਿ ਦਿੰਦੇ ਕਿ ਇੰਨੀ ਜ਼ਿਆਦਾ ਕਰਾਊਡ ਸੀ, ਭੀੜ ਸੀਗੀ, ਤੇ ਫਿਰ ਉੱਥੇ ਰਹਿਣ ਸਹਿਣ ਦਾ ਤੁਸੀਂ ਪ੍ਰਬੰਧ ਕਰਦੇ ਸੀ? ਸਰ ਰਹਿਣ ਦਾ ਤਾਂ ਉੱਥੇ ਆਈ ਸੀ ਸਰ, ਬਸ ਮਤਲਬ ਕਿ ਲੇਟਣ ਵਗੈਰਾ ਦੀ ਕੁਛ ਨਹੀਂ ਸੀ, ਬਸ ਉੱਥੇ ਇੱਕ ਇੰਨਾ ਸੀ ਵੀ ਥੋੜ੍ਹੀ ਜਗ੍ਹਾ ਲੱਭੋ ਤੇ ਬਸ ਉੱਥੇ ਬੈਠ ਜਾਓ ਵੀ ਉੱਥੇ, ਕਿਉਂਕਿ ਰਿਲੈਕਸ ਤੁਹਾਨੂੰ ਪਤਾ ਹੀ ਹੈ ਬਾਹਰ ਸ਼ੈਲਿੰਗ ਵਗੈਰਾ ਚੱਲ ਰਹੀ ਹੈ, ਕਿੰਨਾ ਕੁ ਬੰਦਾ ਸੌਂ ਲੂਗਾ, ਕੀ ਕਰ ਲੂਗਾ, ਬਸ ਉੱਥੇ ਤਾਂ ਇੰਨਾ ਸੀ, ਬਸ ਥੋੜ੍ਹਾ ਸੇਫ ਦਿਲ ਨੂੰ ਫੀਲ ਹੁੰਦਾ ਸੀ ਵੀ ਚੱਲ ਬੰਕਰ ਦੇ ਅੰਦਰ ਹੈ ਬੈਠੇ ਹੈ। ਤੇ ਖਾਣ ਪੀਣ ਦਾ ਸਰ ਅਸੀਂ ਮਤਲਬ ਮੋਸਟਲੀ ਸਮਾਨ ਇਹੋ ਜਿਹਾ ਚੱਕਿਆ ਸੀ ਜਿਹੜਾ ਜ਼ਿਆਦਾ ਟਾਈਮ ਨਾ ਲੱਗੇ ਬਣਾਉਣ ਵਗੈਰਾ, ਜਿਵੇਂ ਸਨੈਕਸ ਵਗੈਰਾ ਚੱਕ ਲਏ, ਬਿਸਕੁਟ ਵਗੈਰਾ ਚੱਕ ਲਏ। ਬਾਕੀ ਜਿਹੜਾ ਥੋੜ੍ਹਾ ਬਣਾਉਣ ਦਾ ਸੀ ਉਹ ਤੁਹਾਨੂੰ ਸੁਬਾਹ ਚੱਲ ਕੇ ਥੋੜ੍ਹਾ ਜਿਹਾ ਬਣਾ ਲਿਆਉਂਦੇ ਸੀ ਘੰਟੇ ਦੇ ਵਿੱਚ, ਬਸ ਜਿੰਨਾ ਹੋ ਸਕੇ ਜਲਦੀ ਬਣਾ ਕੇ ਵਾਪਸ ਆ ਜਾਂਦੇ। ਤੇ ਵਾਪਸੀ ਫਿਰ ਤੁਹਾਡੇ ਜਿਹੜੀ ਮੈਟਰੋ ਤੋਂ ਦੇਸ਼ ਵਾਲੇ ਪਾਸੇ ਵਾਪਸੀ ਕਿਸ ਤਰ੍ਹਾਂ ਹੋਈ? ਸਰ 1 ਜਾਂ 2 ਤਾਰੀਖ ਹੋਊਗੀ ਜਦੋਂ ਐਮਬੈਸੀ ਨੇ ਡਾਲਤਾ ਸੀ ਵੀ ਅਸੀਂ ਆਪਣੇ ਵੱਲੋਂ ਕੁਛ ਨਹੀਂ ਕਹਿ ਸਕਦੇ, ਤੁਸੀਂ ਆਪਣੇ ਰਿਸਕ 'ਤੇ ਨਿਕਲ ਜਾਓ ਉੱਥੋਂ। ਜੋ ਸਰ ਐਮਬੈਸੀ ਨੇ ਸਿੱਧਾ ਨੋਟਿਸ ਡਾਲਤਾ ਹੋਵੇ ਵੀ ਤੁਸੀਂ ਆਪਣੇ ਰਿਸਕ 'ਤੇ ਨਿਕਲ ਜਾਓ, ਸਾਡੇ ਵੱਲੋਂ ਕੁਛ ਨਹੀਂ ਹੈ। ਪਰ ਸਰ ਬਹੁਤ ਬੱਚਿਆਂ 'ਚ ਪੈਨਿਕ ਕ੍ਰੀਏਟ ਹੋਇਆ, ਬਹੁਤ ਡਰੇ ਆ, ਬਹੁਤ ਨਿਕਲੇ ਵੀ ਉਸ ਤੋਂ ਬਾਅਦ ਹੀ ਹੈ, ਕਿਉਂਕਿ ਮੋਸਟ ਆਫ ਦਾ ਸਟੂਡੈਂਟ ਸਾਰੇ ਇਸੇ ਚੀਜ਼ ਦੀ ਵੇਟ ਕਰ ਰਹੇ ਸੀ ਵੀ ਕੋਈ ਐਮਬੈਸੀ ਕੁਛ ਕਰੂਗੀ, ਕੋਈ ਸਾਨੂੰ ਇੰਸਟਰਕਸ਼ਨ ਦਿੱਤੇ ਜਾਣਗੇ ਵੀ ਤੁਸੀਂ ਇੱਥੇ ਆਓ ਅਸੀਂ ਐਂ ਕਰਾਂਗੇ। ਪਰ ਜਦੋਂ ਐਮਬੈਸੀ ਨੇ ਸਿੱਧਾ ਡਾਲਤਾ ਵੀ ਅਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਆਪਣੇ ਰਿਸਕ 'ਤੇ ਨਿਕਲ ਜਾਓ, ਫਿਰ ਉਸ ਤੋਂ ਬਾਅਦ ਸਰ ਬਹੁਤ ਸਟੂਡੈਂਟਸ ਨਿਕਲਣੇ ਸਟਾਰਟ ਹੋਏ ਹੈ ਮੈਟਰੋ ਦੀ ਤਰਫ, ਸਟੇਸ਼ਨ ਦੀ ਤਰਫ ਵੀ, ਕਿਉਂਕਿ ਜਿਹੜਾ ਲਵੀਵ ਸਿਟੀ ਹੈ ਉਹ ਥੋੜ੍ਹਾ ਦੂਰ ਹੈ ਤੇ ਸਾਰੇ ਮੋਸਟਲੀ ਉੱਥੇ ਜਾਣਾ ਚਾਹੁੰਦੇ ਸੀ ਵੀ ਇੱਕ ਵਾਰੀ ਵਾਰ ਜ਼ੋਨ 'ਚ ਥੋੜ੍ਹਾ ਦੂਰ ਹੋ ਜਾਈਏ, ਥੋੜ੍ਹਾ ਸੇਫ ਹੋ ਜਾਈਏ, ਤਾਂ ਉੱਥੇ ਜਾਣ ਲਈ ਇੱਕਦਮ ਨਿਕਲਿਆ। ਉਦੋਂ ਬਹੁਤ ਰਸ਼ ਹੋਇਆ ਤੇ ਬਹੁਤ ਡਿਫੀਕਲਟੀ ਨਾਲ ਨਿਕਲਿਆ ਉਦੋਂ, ਕਿਉਂਕਿ ਰਸਤੇ 'ਚ ਲਗਾਤਾਰ ਕੰਟੀਨਿਊ ਸ਼ੈਲਿੰਗ ਹੋ ਰਹੀ ਸੀਗੀ। ਏਅਰ ਸਟ੍ਰਾਈਕ ਸਟਾਰਟ ਹੋ ਚੁੱਕੀ ਸੀ ਸੁਬਾਹ ਜਦੋਂ ਅਸੀਂ 6 ਵਜੇ ਨਿਕਲੇ ਹਾਂ।
ਇਹ ਉਦੋਂ 에ਅਰ ਸਟ੍ਰਾਈਕ ਸ਼ੁਰੂ ਹੋ ਚੁੱਕੀ, ਸਾਡੇ ਸਾਹਮਣੇ ਅਸੀਂ ਬਲਾਸਟ ਦੇਖਿਆ, ਆਵਾਜ਼ਾਂ ਸੁਣੀਆਂ, ਅਸੀਂ ਬਹੁਤ ਮਤਲਬ ਅਸੀਂ ਦੇਖਿਆ ਫਾਇਰਿੰਗ ਹੁੰਦੀ ਦੇਖੀ ਆ, ਸਟਾਰਟਿੰਗ 에ਅਰ ਸਟ੍ਰਾਈਕ ਸਾਡੇ ਸਾਹਮਣੇ ਹੋ ਰਹੀਆਂ ਸੀ। ਬਸ ਉੱਥੋਂ ਸਰ ਕਿਵੇਂ ਨਾ ਕਿਵੇਂ ਕਰਕੇ ਰਾਸਤੇ 'ਚ ਇੱਕ ਦੋ ਵਾਰੀ ਹੋਇਆ ਵੀ ਹੈ ਸਾਡੇ ਨਾਲ, ਜਦੋਂ ਸਾਡੇ ਬਿਲਕੁਲ ਕਲੋਜ਼ ਸ਼ੈਲਿੰਗ ਹੋਈ ਹੈ। ਸਾਡੇ ਨਾਲ ਸੀਗੇ, ਸਾਡੇ ਨਾਲ ਹੋਰ ਵੀ ਬਹੁਤ ਗਰੁੱਪ ਸੀਗੇ ਇੰਡੀਅਨ ਦੇ, ਮਤਲਬ ਛੋਟੇ ਛੋਟੇ ਗਰੁੱਪ 'ਚ ਜਾ ਰਹੇ ਸੀਗੇ ਸਾਰੇ ਬੱਚੇ, ਯੂਕਰੇਨੀਅਨਸ ਵੀ ਸੀਗੇ ਸਾਡੇ ਨਾਲ ਜੋ ਨਿਕਲਣਾ ਚਾਹੁੰਦੇ ਸੀ। ਤਾਂ ਬਸ ਅਸੀਂ ਇੱਕ ਹਿਸਾਬ ਨਾਲ ਯੂਕਰੇਨ ਉਹਨਾਂ ਨੂੰ ਫੋਲੋ ਕਰ ਰਹੇ ਸੀ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪਤਾ ਆਪਣੀ ਹਾਂਜੀ ਸਿਟੀ ਬਾਰੇ ਵੀ, ਕਿਸ ਰਸਤਾ ਸੇਫ ਹੈ ਉਹਨੂੰ ਜ਼ਿਆਦਾ ਪਤਾ ਇਸ ਚੀਜ਼ ਬਾਰੇ। ਤਾਂ ਵਿੱਚ ਇੱਕ ਦੋ ਵਾਰ ਜਦੋਂ ਸ਼ੈਲਿੰਗ ਬਹੁਤ ਜ਼ਿਆਦਾ ਹੋਈ ਸੀ, ਫਿਰ ਅਸੀਂ ਲੇਟੇ ਵੀ ਹਾਂ, ਪੇੜ ਵਗੈਰਾ ਕੋਈ ਦੇਖ ਕੇ ਲੇਟ ਜਾਂਦੇ ਸੀ ਉੱਥੇ। ਫਿਰ ਐਂ ਕਰਕੇ ਸਟੇਸ਼ਨ ਤੱਕ ਪਹੁੰਚੇ ਹਾਂ। ਉਸ ਤੋਂ ਅੱਗੇ ਸਟੇਸ਼ਨ 'ਤੇ ਸਰ ਟ੍ਰੇਨਸ ਵਗੈਰਾ ਚੱਲ ਰਹੀਆਂ ਸੀ, ਬਟ ਬਹੁਤ ਡਿਲੇ ਆ ਰਿਹਾ ਸੀ ਟ੍ਰੇਨਸ 'ਚ, ਅਤੇ ਰਸ਼ ਇੰਨਾ ਜ਼ਿਆਦਾ ਸੀਗਾ ਕਿ ਜਿੰਨੇ ਉੱਥੇ ਚੜ੍ਹੇ ਆ ਸਰ 50% ਲੋਕ ਉਸ ਟ੍ਰੇਨ 'ਚ ਚੜ੍ਹ ਸਕਦੇ ਸੀ, 50% ਪੱਕਾ ਸੀ ਨਹੀਂ ਚੜ੍ਹ ਸਕਦੇ, ਕਿਉਂਕਿ ਟ੍ਰੇਨ ਰਸ਼ ਬਹੁਤ ਜ਼ਿਆਦਾ ਸੀ ਉੱਥੇ। ਤਾਂ ਉੱਥੋਂ ਬਸ ਧੱਕਾ ਮੁੱਕੀ ਕਰਕੇ ਕਿਵੇਂ ਨਾ ਕਿਵੇਂ ਟ੍ਰੇਨ 'ਚ ਚੜ੍ਹੇ ਆ। ਬੈਠਣ ਦਾ ਤਾਂ ਸਰ ਸਾਡੇ ਕੋਲ ਕੋਈ ਨਹੀਂ, ਮੇਰੇ ਕੋਲ ਹਜੇ ਫੋਟੋਸ ਪਈਆਂ, ਅਸੀਂ ਖੜ੍ਹੇ ਆਏ ਹਾਂ। ਅਸੀਂ 10 ਤੋਂ 15 ਲੋਕ ਸੀ ਜਿਹੜੇ ਇੱਕ ਮਤਲਬ ਜਿੱਥੇ ਆਪਣੀ ਐਂਟਰੀ ਹੁੰਦੀ ਹੈ ਟ੍ਰੇਨ ਦੀ, ਉਸ ਗੇਟ ਦੇ 15 ਲੋਕ ਖੜ੍ਹੇ ਸੀ। ਖੜ੍ਹ ਕੇ ਆਏ 16 ਘੰਟੇ, ਹਵਾ ਚੱਲ ਰਹੀ ਹੈ ਕੰਟੀਨਿਊ, ਠੰਡ ਹੈ, ਟੈਂਪਰੇਚਰ 0 ਡਿਗਰੀ ਟੈਂਪਰੇਚਰ ਆ ਉੱਥੇ। ਉਸ ਠੰਡ 'ਚ ਖੜ੍ਹ ਕੇ ਆਏ ਹਾਂ, 16 ਘੰਟੇ ਦਾ ਉਹ ਸਫ਼ਰ ਰਿਹਾ। ਉਸ ਤੋਂ ਬਾਅਦ ਅਸੀਂ ਲਵੀਵ ਪਹੁੰਚੇ। ਲਵੀਵ 'ਚ ਅਸੀਂ ਬੱਸਿਸ ਦਾ ਵੇਟ ਕਰ ਰਹੇ ਸੀ। ਮੈਂ ਤੁਹਾਨੂੰ ਸੌਰੀ ਕੱਟਣਾ ਚਾਹੂੰ, ਲਵੀਵ ਜਿਹੜਾ ਹੈਗਾ ਬਾਰਡਰ 'ਤੇ ਪੈਂਦਾ ਸ਼ਹਿਰ ਹੈ ਜਾਂ? ਤੇ ਇੱਕ ਗੱਲ ਇਹ ਵੀ ਮੈਂ ਪੁੱਛਣੀ ਚਾਹੁੰਦਾ ਤੁਹਾਨੂੰ ਕਿ ਇੱਕ ਜਿਵੇਂ ਅਖਬਾਰਾਂ ਦੇ ਵਿੱਚ ਜਾਂ ਇੱਥੇ ਖਬਰਾਂ ਆਈਆਂ ਕਿ ਜਿਹੜੇ ਯੂਕਰੇਨੀਅਨ ਹੈ ਉਹਨਾਂ ਨੇ ਪ੍ਰੈਫਰੈਂਸ ਦਿੱਤੀ ਜਾਂ ਪਹਿਲ ਦਿੱਤੀ ਕਿ ਜਿਹੜੇ ਉੱਥੋਂ ਦੇ ਲੋਕਲ ਵਸਿੰਦੇ ਹੈ ਉਹਨਾਂ ਨੂੰ ਕੱਢਿਆ ਜਾਵੇ, ਵੀ ਇੰਡੀਅਨਾਂ ਨੂੰ ਬਾਹਰ ਕੱਢਤਾ ਉਹਨਾਂ ਨੇ, ਜੋ ਸੁਣਨ 'ਚ ਆ ਰਿਹਾ ਸੀ। ਸੱਚਾਈ ਕੀ ਸੀ? ਇਹ ਤਾਂ ਸਹੀ ਗੱਲ ਸੀਗੀ ਕਿ ਉਹ ਆਪਣੇ ਲੋਕਾਂ ਨੂੰ ਦੇ ਰਹੇ ਸੀ ਪ੍ਰੈਫਰੈਂਸ, ਕਿਉਂਕਿ ਆਪਣੇ ਲੋਕਾਂ 'ਚ ਵੀ ਉਹ ਪਹਿਲਾਂ ਦੇ ਰਹੇ ਸੀ, ਲੜਕੀਆਂ ਨੂੰ, ਬਜ਼ੁਰਗ ਹੈ ਜਾਂ ਬੱਚੇ ਆ, ਪਹਿਲਾਂ ਉਹਨਾਂ ਨੂੰ ਉਹ ਪ੍ਰੈਫਰੈਂਸ। ਚਲੋ ਜ਼ਰੂਰੀ ਵੀ ਸਹੀ ਵੀ ਚੀਜ਼ ਕੀਤੀ ਹੈ ਉਹਨਾਂ ਨੇ, ਦੇ ਰਿਹਾ ਆਪਣੇ ਚੜ੍ਹਾ ਰਿਹਾ। ਉਸ ਤੋਂ ਬਾਅਦ ਆਏ ਸੀ ਅਰੇਬੀ ਇਜ਼ਰਾਈਲ ਵਗੈਰਾ ਦੇ ਹੁੰਦੇ ਜਿਹੜੇ, ਉਹਨਾਂ ਨੂੰ। ਫਿਰ ਇੰਡੀਅਨਸ ਦੀ ਵਾਰੀ ਆਉਂਦੀ ਹੈ ਤੀਜੇ ਨੰਬਰ 'ਤੇ ਇੰਡੀਅਨ। ਹਾਂਜੀ, ਤੀਸਰੇ ਨੰਬਰ 'ਤੇ ਇੰਡੀਅਨ। ਅਤੇ ਲਵੀਵ ਜਿਹੜਾ ਸ਼ਹਿਰ ਹੈ ਜਿਵੇਂ ਆਪਾਂ ਉਹ ਮਤਲਬ ਰਸ਼ੀਆ ਦੇ ਬਾਰਡਰ ਤੋਂ ਬਹੁਤ ਦੂਰ ਹੈ, ਅਤੇ ਉਹ ਪੋਲੈਂਡ ਵਗੈਰਾ, ਰੋਮੇਨੀਆ, ਹੰਗਰੀ, ਉਹ ਸਾਰੇ ਬਾਰਡਰਸ ਦੇ ਨਜ਼ਦੀਕ ਹੈ। ਉਸ 'ਚ ਮਤਲਬ ਵਾਰ ਜ਼ੋਨ ਤੋਂ ਬਹੁਤ ਦੂਰ ਸੀ ਉਹ, ਇਸ ਲਈ ਸਾਰੇ ਉੱਥੇ ਜਾਣਾ ਚਾਹੁੰਦੇ ਸੀਗੇ। ਅਤੇ ਲਵੀਵ ਪਹੁੰਚਣ 'ਤੇ ਤੁਹਾਨੂੰ 16 ਘੰਟੇ ਉੱਥੋਂ ਜਿਹੜਾ ਸਫ਼ਰ ਹੈ ਟ੍ਰੇਨ 'ਤੇ ਇੱਕ ਲੱਤ 'ਤੇ ਕਹਿ ਲਓ ਖੜ੍ਹ ਕੇ ਆਉਣਾ ਪਿਆ। ਅਤੇ ਉਸ ਤੋਂ ਬਾਅਦ ਫਿਰ ਕਰਮਵੀਰ ਜਿਹੜਾ ਤੁਹਾਡਾ ਸਫ਼ਰ ਖਤਮ ਹੋ ਗਿਆ ਜਾਂ ਫਿਰ ਇਹ ਕੰਟੀਨਿਊ ਜਾਰੀ ਰਿਹਾ? ਸਰ ਲੱਗਿਆ ਤਾਂ ਐਂ ਸੀਗਾ ਵੀ ਹੁਣ ਲਵੀਵ ਪਹੁੰਚ ਗਏ ਆ, ਸੇਫ ਹੈ, ਸ਼ੈਲਿੰਗ ਵਗੈਰਾ ਨਹੀਂ ਹੈ, ਕੁਝ ਨਹੀਂ ਹੈ, ਹੁਣ ਥੋੜ੍ਹਾ ਸੇਫ ਮਤਲਬ ਅੱਗੇ ਥੋੜ੍ਹਾ ਸੇਫ ਰਹੂਗੀ, ਜਰਨੀ ਈਜ਼ੀ ਰਹੂਗੀ। ਬਟ ਸਾਰਾ ਕੁਝ ਉਸ ਤੋਂ ਉਲਟ ਹੀ ਹੋਇਆ, ਕਿਉਂਕਿ ਉਸ ਤੋਂ ਬਾਅਦ ਅਸੀਂ ਪਹਿਲਾਂ ਕਿਵੇਂ ਨਾ ਕਿਵੇਂ ਕਰਕੇ ਟ੍ਰੇਨ ਕਰਵਾ ਕੇ ਸਾਨੂੰ ਲੱਗਿਆ ਐਮਬੈਸੀ ਦੀ ਘੱਟੋ ਘੱਟ ਲਵੀਵ ਤਾਂ ਟ੍ਰੇਨ ਸਾਨੂੰ ਮਿਲ ਜੇ ਕੋਈ ਨਾ ਕੋਈ, ਉੱਥੇ ਵੀ ਨਹੀਂ ਕੋਈ ਆਈ। ਅਸੀਂ ਉੱਥੋਂ ਬੱਸ ਕਰਵਾ ਕੇ ਅਸੀਂ ਪੋਲੈਂਡ ਦੇ ਬਾਰਡਰ ਤੱਕ ਗਏ ਹਾਂ। ਉਹਨਾਂ ਨੇ ਸਾਨੂੰ 4-5 ਕਿਲੋਮੀਟਰ ਪਹਿਲਾਂ ਉਤਾਰਤਾ, ਕਿਉਂਕਿ ਬੱਸਿਸ ਅੱਗੇ ਨਹੀਂ ਜਾ ਸਕਦੀਆਂ ਬਾਰਡਰ ਤੱਕ, ਪੈਦਲ ਜਾ ਸਕਦੇ ਹਾਂ। ਅਤੇ ਉੱਥੇ ਉਤਾਰਤਾ। ਉਸ ਤੋਂ ਬਾਅਦ ਸਾਨੂੰ ਸੀਗਾ ਸਰ ਚਲੋ ਪੋਲੈਂਡ ਬਾਰਡਰ 'ਤੇ ਆ ਚੁੱਕੇ ਹਾਂ, ਹੁਣ ਸਾਡੇ ਅੱਗੇ ਇੰਡੀਅਨ ਅਫੀਸ਼ੀਅਲਸ ਖੜ੍ਹੇ ਹੋਣਗੇ, ਉਹ ਨਿਕਾਲ ਦੇਣਗੇ। ਬਟ ਉੱਥੇ ਜਿੰਨਾ ਰਸ਼ ਸੀ, ਘੱਟੋ ਘੱਟ ਉੱਥੇ 1000-2000 ਬੰਦਾ ਪੋਲੈਂਡ ਦੇ ਬਾਰਡਰ 'ਤੇ ਖੜ੍ਹਾ ਸੀ ਸਾਥੋਂ ਪਹਿਲਾਂ ਹੀ। ਅਤੇ ਉੱਥੇ ਸਾਨੂੰ 12 ਘੰਟੇ ਲੱਗੇ ਆ ਸਰ, ਸਾਨੂੰ ਲਾਈਨ 'ਚ ਲੱਗੇ ਆ ਅਸੀਂ 12 ਘੰਟੇ। ਸਨੋ ਹੋ ਰਹੀ ਹੈ, ਟੈਂਪਰੇਚਰ ਮਾਈਨਸ 'ਚ, ਸਾਡੇ ਅੱਗੇ ਲੋਕ ਬੇਹੋਸ਼ ਹੁੰਦੇ ਦੇਖੇ ਅਸੀਂ। ਅੱਛਾ। ਹਾਂਜੀ। 12 ਘੰਟੇ ਬਾਅਦ ਅਸੀਂ ਬਾਰਡਰ ਕ੍ਰੋਸ ਕੀਤਾ। ਉਸ ਤੋਂ ਬਾਅਦ ਐਮਬੈਸੀ ਦੀਆਂ ਸਾਨੂੰ ਬੱਸਿਸ ਮਿਲੀਆਂ ਬਾਰਡਰ ਕ੍ਰੋਸ ਕਰਨ ਤੋਂ ਬਾਅਦ। ਜਦੋਂ ਤੁਸੀਂ ਪੋਲੈਂਡ ਦੇ ਵਿੱਚ ਦਾਖਲ ਹੋ ਗਏ, ਉਸ ਤੋਂ ਬਾਅਦ ਫਿਰ ਇੰਡੀਅਨ ਐਮਬੈਸੀ ਦੇ ਜਿਹੜੇ ਬੰਦੇ ਸੀਗੇ ਉਹ ਤੁਹਾਨੂੰ ਮਿਲੇ? ਬੱਸਿਸ ਆ ਚੁੱਕੀਆਂ ਸੀਗੀਆਂ, ਬੰਦੇ ਉੱਥੇ ਫਿਰ ਵੀ ਸਾਨੂੰ ਕੋਈ ਅਫੀਸ਼ੀਅਲ ਨਹੀਂ ਮਿਲਿਆ ਸਾਨੂੰ ਸਿਰ ਸਾਡੀ ਫ਼ੋਨ 'ਤੇ ਗੱਲ ਹੋ ਰਹੀ ਸੀ ਉਹਨਾਂ ਨਾਲ, ਉਹ ਕਹਿ ਰਹੇ ਤੁਸੀਂ ਇੱਕ ਵਾਰੀ ਕ੍ਰੋਸ ਕਰ ਜਾਓ ਕਿਵੇਂ ਵੀ, ਉਸ ਤੋਂ ਬਾਅਦ ਅਸੀਂ ਬੱਸਿਸ ਭੇਜ ਦਾਂਗੇ। ਉਸ ਤੋਂ ਬੱਸਿਸ ਮਿਲੀਆਂ ਸਾਨੂੰ। ਅਤੇ ਜਿਹੜਾ ਉੱਥੇ ਕੀਵ ਦੇ ਵਿੱਚ ਜਾਂ ਉੱਥੇ ਕਿਸੇ ਹੋਰ ਵੱਡੇ ਸ਼ਹਿਰ ਦੇ ਵਿੱਚ ਭਾਰਤ ਦਾ ਕੋਈ ਸਫਾਰਤਖਾਨਾ ਹੋਣਾ ਹੈ, ਉਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਤਾਲਮੇਲ ਜਾਂ ਉਹਨਾਂ ਦਾ ਕੋਈ ਆਫੀਸ਼ੀਅਲ ਕਿਤੇ ਉਸ ਥਾਂ ਤੁਹਾਡੀ ਸਿਚੁਏਸ਼ਨ ਜਿੱਥੇ ਭਾਰਤੀ ਜ਼ਿਆਦਾ ਸੀਗੇ ਕੋਈ ਆਇਆ ਹੋਵੇ ਜਾਂ ਕੋਈ? ਸਰ ਅਫੀਸ਼ੀਅਲ ਕੋਈ ਨਹੀਂ ਪਹੁੰਚਿਆ ਸਾਡੇ ਕੋਲ, ਸਾਡੇ ਸਿਰਫ ਫੋਨ ਦੇ ਥਰੂ ਅਸੀਂ ਕੰਟੈਕਟ ਕਰ ਰਹੇ ਸੀਗੇ, ਉਹਨਾਂ ਨੰਬਰ ਦਿੱਤੇ ਸੀ ਕੁਛ ਅਲੱਗ-ਅਲੱਗ, ਜਿਹੜੇ 3 ਬਾਰਡਰਸ ਖੁੱਲ੍ਹੇ ਸੀ, ਹੰਗਰੀ, ਰੋਮੇਨੀਆ ਅਤੇ ਪੋਲੈਂਡ ਖੁੱਲ੍ਹੇ ਸੀ। ਤਿੰਨਾਂ ਦੇ ਸਾਡੇ ਕੋਲ ਨੰਬਰ ਆਏ ਸੀ, ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰ ਲਓ, ਤੁਹਾਨੂੰ ਇਹ ਪਿਕ ਕਰ ਲੈਣਗੇ ਆਪੇ। ਅਤੇ ਅਸੀਂ ਉਹਨਾਂ 'ਤੇ ਕੰਟੈਕਟ ਕਰ ਰਹੇ, ਬਾਕੀ ਸਾਨੂੰ ਮਿਲਿਆ ਕੋਈ ਨਹੀਂ ਹੈ ਉੱਥੇ ਇੰਡੀਅਨ ਅਫੀਸ਼ੀਅਲ ਸਾਨੂੰ। ਇੱਕ ਤੁਸੀਂ ਜਦੋਂ ਸਟਾਰਟਿੰਗ ਦੇ ਵਿੱਚ ਸ਼ੈਲਿੰਗ ਹੋਈ ਤਾਂ ਤੁਹਾਨੂੰ ਉਸ ਤੋਂ ਬਾਅਦ ਕਿਤੇ ਆਪਣੀ ਜਿਹੜੀ ਯੂਨੀਵਰਸਿਟੀ ਜਿੱਥੇ ਪੜ੍ਹਦੇ ਸੀਗੇ ਉਹਨੂੰ ਦੇਖਣ ਦਾ ਜਾਂ ਜਾਣ ਦਾ ਕੋਈ ਸਬੱਬ ਬਣਿਆ ਜਾਂ ਮੌਕਾ ਮਿਲਿਆ? ਸਰ ਉਸ ਤੋਂ ਬਾਅਦ ਉਸ ਸਾਈਡ ਨਹੀਂ ਜਾ ਸੀ, ਕਿਉਂਕਿ ਸਰ ਉਹ ਸੈਂਟਰ ਸੀ, ਬਿਲਕੁਲ ਯੂਨੀਵਰਸਿਟੀ ਸੈਂਟਰ 'ਚ ਹੈ, ਅਤੇ ਮੇਨ ਜੋ 에ਅਰ ਸਟ੍ਰਾਈਕਸ ਵਗੈਰਾ ਹੁੰਦੀਆਂ ਤਾਂ ਮੇਨ ਉਹ ਹਮੇਸ਼ਾ ਸਿਟੀ ਦੇ ਸੈਂਟਰ 'ਚ ਜ਼ਿਆਦਾ ਹੁੰਦੀਆਂ, ਇਸ ਲਈ ਉਸ ਏਰੀਆ 'ਚ ਨਹੀਂ ਜਾ ਸਕਦੇ ਸੀ। ਕੋਈ ਉਸ ਯੂਨੀਵਰਸਿਟੀ ਦਾ ਤੁਹਾਨੂੰ ਹਾਲ ਚਾਲ ਪਤਾ ਲੱਗਿਆ ਹੋਵੇ ਵੀ ਕੀ ਉੱਥੋਂ ਦਾ ਮਾਹੌਲ ਸੀਗਾ? ਉਸ ਤੋਂ ਸਾਡੇ ਕੋਲ ਵੀਡੀਓਜ਼ ਵਗੈਰਾ ਆਈਆਂ, ਫੋਟੋ ਆਈਆਂ, ਜਿਸ ਹਿਸਾਬ ਨਾਲ ਆਈਆਂ ਵੀ ਉਹ ਕਹਿ ਰਿਹਾ ਯੂਨੀਵਰਸਿਟੀ ਬਿਲਕੁਲ ਨਹੀਂ ਬਚੀ ਹੈ, ਮਤਲਬ ਉੱਪਰਲੇ ਫਲੋਰਸ ਆਲਮੋਸਟ ਸਾਰੇ ਖਤਮ ਹੋ ਚੁੱਕੇ ਆ ਯੂਨੀਵਰਸਿਟੀ ਦੇ। 에ਅਰ ਸਟ੍ਰਾਈਕ ਨਾਲ? ਹਾਂਜੀ, 에ਅਰ ਸਟ੍ਰਾਈਕ ਨਾਲ। ਜਿਹੜੇ ਤੁਸੀਂ ਕਹਾਣੀ ਦੱਸੀ ਹੈ
ਕਾਫੀ ਔਖੇ ਹੋ ਕੇ ਚਲੋ ਇੱਥੇ ਤੁਸੀਂ ਪਹੁੰਚੇ ਹੋ, ਹੁਣ ਇੱਥੇ ਆ ਗਏ, ਅਤੇ ਜਦੋਂ ਤੁਸੀਂ ਆਪਣਾ 에ਅਰਲਿਫਟ ਤੁਹਾਨੂੰ ਕਰਨ ਲੱਗੇ ਹੈ ਪੋਲੈਂਡ ਤੋਂ, ਤਾਂ ਕੀ ਮਨ ਦੇ ਵਿੱਚ ਆ ਰਿਹਾ ਸੀ, ਰਿਐਕਸ਼ਨ ਕੀ ਸੀ? ਜਾਂ ਜਦੋਂ ਤੁਸੀਂ ਦਿੱਲੀ ਆ ਕੇ ਸਭ ਤੋਂ ਪਹਿਲਾਂ ਸਟਾਰਟਿੰਗ ਉਤਰੇ, ਕਿੱਦਾਂ ਮਤਲਬ ਕਿ ਮਹਿਸੂਸ ਕਰ ਰਹੇ ਸੀ? ਸਰ ਜਿੰਨੀ ਘਰੇ ਆਉਣ ਦੀ ਖੁਸ਼ੀ ਸੀ, ਉਸ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਸੀ ਵੀ ਅਸੀਂ ਉਸ ਕੰਟਰੀ 'ਚ ਰਹੇ ਹਾਂ 4 ਸਾਲ, ਫਿਰ ਵੀ ਆਪਾਂ ਕਿਸੇ ਦੇ ਘਰੇ ਚੱਲ ਜਾਈਏ, ਉੱਥੋਂ 4 ਦਿਨਾਂ ਬਾਅਦ ਆਪਣਾ ਆਉਣ ਨੂੰ ਮਨ ਨਹੀਂ ਕਰਦਾ ਘਰੇ ਵਾਪਸ। ਆਪਣੇ ਫੀਲਿੰਗਸ ਅਸੀਂ ਉੱਥੇ 4 ਸਾਲ ਰਹੇ ਹਾਂ, ਸਾਨੂੰ ਰੋਟੀ ਦਿੱਤੀ ਆ ਉਸਨੇ, ਆਉਂਦਾ ਉਸ ਦੇਸ਼ ਨਾਲ ਬਹੁਤ ਆਉਂਦਾ ਸਰ ਹਜੇ, ਅਤੇ ਉਸ ਤੋਂ ਜ਼ਿਆਦਾ ਆਉਂਦਾ ਸਾਡੇ, ਕਿਉਂਕਿ ਦੋਸਤ ਬਹੁਤ ਲੋਕ ਜਿਹੜੇ ਹਜੇ ਵੀ ਉੱਥੇ ਫਸੇ ਹੋਏ ਆ ਸੂਮੀ 'ਚ, ਬਹੁਤ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਜਿਹੜੇ ਉੱਥੇ ਫਸੇ ਹੋਏ ਆ। ਅਸੀਂ ਹਜੇ ਤੱਕ ਅਸੀਂ ਨਹੀਂ ਕਹਿ ਸਕਦੇ ਵੀ ਅਸੀਂ ਖੁਸ਼ ਹਾਂ, ਘਰੇ ਆਉਣ ਦੀ ਖੁਸ਼ੀ ਹੈ, ਬਟ ਜਿੰਨਾ ਚਿਰ ਸਾਨੂੰ ਪਤਾ ਵੀ ਸਾਡੇ ਦੋਸਤ ਫਸੇ ਹੋਏ ਆ, ਨਾਲ ਦੇ ਫਸੇ ਹੋਏ ਆ, ਕੋਈ ਨਹੀਂ ਖੁਸ਼ ਹੋ ਸਕਦਾ। ਇਸ ਲਈ ਬਸ ਸਰ ਮਿਕਸ ਫੀਲਿੰਗ ਸੀਗੀਆਂ, ਬਸ ਅਸੀਂ ਉਦੋਂ ਵੀ ਪ੍ਰੇ ਕਰ ਰਹੇ ਸੀ, ਹੁਣ ਵੀ ਪ੍ਰੇ ਕਰ ਰਹੇ ਹਾਂ ਜਲਦੀ ਜਲਦੀ ਖਤਮ ਹੋਵੇ, ਸਾਡੇ ਜਿਹੜੇ ਸਟੂਡੈਂਟਸ ਆ ਉਹ ਨਿਕਲਣ ਉੱਥੋਂ, ਜਿਹੜੇ ਬੈਠੇ ਆ ਵਿਚਾਰੇ ਸੂਮੀ 'ਚ ਬੈਠੇ ਆ, ਤੇ ਹੋਰ ਵੀ ਛੋਟੇ ਮੋਟੇ ਸਟੇਟਸ ਥੋੜ੍ਹੇ ਸਟੂਡੈਂਟਸ ਬੈਠੇ ਆ, ਸਾਰੇ ਨਿਕਲਣ ਜਲਦੀ ਤੋਂ ਜਲਦੀ ਉੱਥੋਂ। ਉੱਥੋਂ ਦੇ ਜਿਹੜੇ ਯੂਕਰੇਨ ਦੇ ਲੋਕ, ਜਦੋਂ ਤੁਸੀਂ 4 ਸਾਲ ਸ਼ਾਂਤਮਈ ਮਾਹੌਲ ਦੇ ਵਿੱਚ, ਕੋਈ ਜੰਗ ਵਾਲਾ ਮਾਹੌਲ ਨਹੀਂ ਸੀ, ਪੜ੍ਹਦੇ ਸੀਗੇ, ਰਹਿੰਦੇ ਸੀਗੇ, ਤਾਂ ਕੀ ਲੋਕਾਂ ਦਾ ਜਿਹੜਾ ਉੱਥੋਂ ਦਾ ਲੋਕਲ ਰੈਜ਼ੀਡੈਂਟ ਸੀ, ਉਹਨਾਂ ਦਾ ਤੁਹਾਡੇ ਪ੍ਰਤੀ ਕੀ ਵਿਵਹਾਰ ਹੁੰਦਾ ਸੀ? ਕਿਸ ਤਰ੍ਹਾਂ ਤੁਸੀਂ ਉਹਨਾਂ ਨਾਲ ਅਟੈਚਮੈਂਟ ਤੁਹਾਡੀ ਸੀ, ਜਾਂ ਕੋਈ ਲੱਗਦਾ ਸੀਗਾ ਕਿ ਆਪਣਾਪਣ ਉੱਥੇ ਹੈ? ਸਰ ਆਪਣਾਪਨ ਤਾਂ ਲੱਗਦਾ ਹੀ ਸਰ, ਲੋਕ ਬਹੁਤ ਵਧੀਆ ਲੋਕ ਆ ਉੱਥੋਂ ਦੇ, ਬਹੁਤ ਫਰੈਂਡਲੀ ਆ, ਮਤਲਬ ਕਿਸੇ ਨੇ ਸਾਨੂੰ ਉਦੋਂ ਐਂ ਮਤਲਬ ਬਾਹਰਲਾ ਸਮਝ ਕੇ ਨਹੀਂ ਐਕਟ ਕੀਤਾ ਵੀ ਇਹ ਸਾਡੇ ਨਹੀਂ ਹੈ ਸਾਡੇ ਲੋਕ, ਇਹੋ ਜਿਹਾ ਕੁਛ ਨਹੀਂ ਸਾਡੇ ਨਾਲ ਹੋਇਆ, ਬਹੁਤ ਫਰੈਂਡਲੀ ਬਿਹੇਵ ਕੀਤਾ ਸਾਰਿਆਂ ਨੇ। ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਯੂਕਰੇਨ 'ਚ ਜਾ ਕੇ ਮੈਡੀਕਲ ਦੀ ਸਪੈਸ਼ਲ ਖਾਸ ਤੌਰ 'ਤੇ ਪੜ੍ਹਾਈ ਕਰਦੇ ਆ, ਉਹ ਕੀ ਕਾਰਨ ਹੈ, ਕਿਉਂ ਤੁਸੀਂ ਉੱਥੇ ਜਾ ਰਹੇ ਹੋ? ਸਰ ਸਭ ਤੋਂ ਵੱਡਾ ਰੀਜ਼ਨ ਮੇਨ ਇਹੀ ਹੈ ਕਿਉਂਕਿ ਸਾਰੇ ਮਿਡਲ ਕਲਾਸ ਹੈ ਸਰ ਜੀ, ਕਿਉਂਕਿ ਇੱਥੇ ਜਿਸ ਹਿਸਾਬ ਦੀ ਡੋਨੇਸ਼ਨਸ ਲੱਗਦੀਆਂ ਇੱਥੇ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਹੈ। ਜਦੋਂ ਆਪਾਂ ਡਿਗਰੀ ਕਰ ਰਹੇ ਹਾਂ ਕਿ MBBS ਦੀ ਪੜ੍ਹਾਈ ਹੈ, ਜਦੋਂ ਆਪਾਂ ਨੂੰ ਪਤਾ ਹੈ ਵੀ ਉਹ ਨਹੀਂ ਇੰਨੀ ਉਸ 'ਤੇ ਖਰਚਾ ਆਪਣਾ ਆਊਗਾ, ਤਾਂ ਫਿਰ ਬਹੁਤ ਸਾਰੇ ਉਹੀ ਪ੍ਰੈਫਰ ਕਰਨਗੇ, ਕਿਉਂਕਿ ਇੱਥੇ ਕੋਈ ਨਹੀਂ ਇੰਨੀਆਂ ਮਹਿੰਗੀਆਂ ਡੋਨੇਸ਼ਨ ਦੇ ਸਕਦਾ, ਜਿਵੇਂ ਇੱਥੇ 40 50 ਅਲੱਗ ਸਿਰਫ ਸਟਾਰਟਿੰਗ 'ਚ ਡੋਨੇਸ਼ਨਸ ਮੰਗਦੇ ਇੰਨੀਆਂ, ਬਲਕਿ ਉੱਧਰ ਇੰਨੇ 'ਚ ਸਾਰੀ ਪੜ੍ਹਾਈ ਪੂਰੀ ਹੋ ਜਾਂਦੀ ਹੈ। ਅਤੇ ਉੱਧਰਲੀ ਅਤੇ ਇੱਧਰਲੀ ਪੜ੍ਹਾਈ ਦਾ ਕੋਈ ਅੰਤਰ? ਨਹੀਂ ਸਰ ਪੜ੍ਹਾਈ ਬਿਲਕੁਲ ਸੇਮ ਹੁੰਦੀ ਆ, ਉਹ ਜਿਸ ਮਰਜ਼ੀ ਕੰਟਰੀ 'ਚ ਕਰੋ, ਕਿਉਂਕਿ ਬੁੱਕਸ ਵਗੈਰਾ ਸਾਰੀਆਂ ਸੇਮ ਕਰਦੇ, ਸਾਰੇ ਫੋਰਨ ਆਥਰ ਵਗੈਰਾ ਯੂਜ਼ ਕਰਦੇ ਆ, ਬੁੱਕ ਸਭ ਕੁਝ ਸੇਮ ਹੁੰਦਾ ਹੈ ਜੀ। ਅਤੇ ਜਿਹੜੇ ਪਹਿਲਾਂ ਵੀ ਕਰਕੇ ਆਏ ਸੀ ਸਭ ਨਾਲ, ਮਤਲਬ ਜਾਣ ਤੋਂ ਪਹਿਲਾਂ ਵੀ ਸਭ ਨੂੰ ਕੰਟੈਕਟ ਮਿਲੇ ਵੀ, ਅਸੀਂ ਡਾਕਟਰਸ ਇੱਥੇ ਜਿਹੜੇ ਉਦੋਂ ਕਰਕੇ ਆ ਚੁੱਕੇ ਆ, ਕਿਸੇ ਨੂੰ ਕੋਈ ਦਿੱਕਤ ਨਹੀਂ ਆਈ। ਉਹ ਸਿਰਫ ਆਪਣੇ ਤੇ ਹੁੰਦਾ ਵੀ ਕਿਹਨੇ ਕਿੰਨੀ ਮਿਹਨਤ ਕੀਤੀ ਹੈ। ਇੱਥੇ ਐਗਜ਼ਾਮਸ ਹੁੰਦੇ ਆ, MCI ਵਗੈਰਾ ਹੁੰਦਾ ਇੱਥੇ, ਜਿਹੜੇ ਹੁੰਦੇ ਆ ਐਗਜ਼ਾਮਸ ਹੁੰਦੇ ਆ, ਅਤੇ ਉਹਨਾਂ ਨੂੰ ਮਤਲਬ ਕਲੀਅਰੈਂਸ ਕਰਨ ਤੋਂ ਬਾਅਦ ਸਾਡੀ ਡਿਗਰੀ ਇੱਧਰ ਵੈਲਿਡ ਵੀ ਹੋ ਜਾਂਦੀ ਹੈ। ਮਤਲਬ ਇਹੋ ਜਿਹੀ ਪੜ੍ਹਾਈ ਦੇ ਨਾਲ ਕੋਈ ਨਾ ਕੋਈ ਡਿਫਰੈਂਸ ਹੈ, ਨਾ ਕੋਈ ਦਿੱਕਤ ਆਉਂਦੀ ਹੈ। ਇੱਕ ਕਰਮਵੀਰ, ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਹੁਣ ਜਿਵੇਂ ਤੁਸੀਂ 4 ਸਾਲ ਦੀ ਤੁਹਾਡੀ ਪੜ੍ਹਾਈ ਉੱਥੇ ਆਲਮੋਸਟ ਹੋ ਚੁੱਕੀ ਹੈ, ਕਿਸ ਤਰ੍ਹਾਂ ਸੋਚਦੇ ਹੋ ਤੁਸੀਂ ਵੀ ਜਿਹੜੀ ਅਧੂਰੀ ਪੜ੍ਹਾਈ ਰਹਿ ਗਈ ਕਿੱਦਾਂ ਪੂਰੀ ਹੋਏਗੀ? ਸਰ ਸਾਨੂੰ ਉੱਥੇ ਆਫੀਸ਼ੀਅਲ ਵਗੈਰਾ ਵੱਲੋਂ ਜਿਹੜੇ ਵੀ ਉੱਥੇ ਮਤਲਬ ਡੀਨ ਆ ਸਾਡੇ ਯੂਨੀਵਰਸਿਟੀ ਦੇ, ਜਾਂ ਸਾਡੇ ਜਿਹੜੇ ਹੈਂਡਲਰ ਸਾਨੂੰ ਜਿਹੜੇ ਸੰਭਾਲਦੇ ਮਤਲਬ ਜਿਨ੍ਹਾਂ ਥਰੂ ਅਸੀਂ ਗਏ ਹਾਂ ਏਜੰਸੀ ਦੇ ਇੱਥੋਂ, ਸਭ ਨੇ ਸਾਨੂੰ ਇਹੀ ਆਸ਼ਵਾਸਨ ਦਿੱਤਾ ਵੀ ਤੁਹਾਨੂੰ ਤੁਹਾਡੀ ਡਿਗਰੀ ਮਿਲੂਗੀ। ਉਹ ਟਾਈਮ ਡਿਪੈਂਡ ਕਰਦਾ, ਉਹ ਟਾਈਮ ਉਨਾ ਹੀ ਲੱਗੂ, ਕਿਉਂਕਿ ਜਿਹੜੇ ਜਿਸ ਦੇ ਹੁਣ 4 ਸਾਲ ਰਹਿ ਗਏ ਜਾਂ ਕਿਸੇ ਦੇ 1 ਰਹਿ ਕਿਸੇ 2, ਉਹ ਟਾਈਮ ਉਨਾ ਹੀ ਲੱਗੂਗਾ। ਆਏ ਨਹੀਂ ਹੈ ਕਿ ਜਿਸ ਦੇ 4 ਸਾਲ ਹੈ ਉਸਨੂੰ ਅਸੀਂ ਪਹਿਲਾਂ ਡਿਗਰੀ ਨਹੀਂ ਦੇ ਸਕਦੇ, ਜਾਂ ਜਿਸ ਦਾ 1 ਰਹਿ ਗਿਆ ਉਸਨੂੰ ਥੋੜ੍ਹਾ ਲੇਟ ਦੇਵਾਂਗੇ। ਜਿੰਨਾ ਟਾਈਮ ਲੱਗਣਾ ਸੀ ਉਹ ਟਾਈਮ ਲੱਗੂ, ਅਤੇ ਉਸ ਤੋਂ ਬਾਅਦ ਡਿਗਰੀ ਤੁਹਾਨੂੰ ਦਿੱਤੀ ਜਾਊ। ਬਾਕੀ ਕਲਾਸਿਸ ਵਗੈਰਾ ਵੀ ਉਹਨਾਂ ਨੇ ਕਿਹਾ ਹੈ, ਕਹਿੰਦੇ ਕਲਾਸਿਸ ਜਦ ਸਿਚੁਏਸ਼ਨ ਥੋੜ੍ਹੀ ਜਿਹੀ ਵੀ ਨੋਰਮਲ ਹੋ ਰਹੀ ਹੈ, ਕਲਾਸਿਸ ਔਨਲਾਈਨ ਸਟਾਰਟ, ਉਸੇ ਦਿਨ ਔਨਲਾਈਨ ਕਲਾਸਿਸ ਸਟਾਰਟ ਹੋ ਜਾਣਗੀਆਂ। ਅਤੇ ਆਫਲਾਈਨ ਕਲਾਸਿਸ ਦਾ ਸਾਨੂੰ ਕਿਹਾ ਕਿ ਉਸ 'ਚ ਹਜੇ ਟਾਈਮ ਲੱਗ ਸਕਦਾ ਹੈ, ਹਜੇ ਔਨਲਾਈਨ ਕਲਾਸਿਸ ਦੀ ਵੀ ਕੋਈ ਹਜੇ ਸਟੇਟਮੈਂਟ ਨਹੀਂ ਆਈ ਸਾਨੂੰ ਕਦੋਂ ਹੋਊਗਾ, ਬਟ ਉਹ ਸਾਰੇ ਹੁਣ ਇਹ ਵੇਟ ਕਰ ਰਹੇ ਵੀ ਜਦੋਂ ਸਿਚੁਏਸ਼ਨ ਥੋੜ੍ਹੀ ਨੋਰਮਲ ਹੋਊਗੀ ਤਾਂ ਉਸ ਤੋਂ ਬਾਅਦ ਅੱਗੇ ਆਊਗਾ ਵੀ ਕੀ ਹਿਸਾਬ ਤਾਂ। ਕਰਮਵੀਰ, ਇੱਕ ਜਿਹੜੀ ਉੱਥੋਂ ਦੀ ਅਤੇ ਇੱਥੋਂ ਦੀ ਚਲੋ ਪੜ੍ਹਾਈ ਦੀ ਆਪਾਂ ਗੱਲ ਕੀਤੀ ਹੈ, ਐਡਮਿਸ਼ਨ ਪ੍ਰੋਸੈਸ ਕੀ ਹੈਗਾ? ਕਿਉਂਕਿ ਅੱਜ ਕੱਲ੍ਹ ਇਹ ਚਰਚਾ ਦਾ ਵਿਸ਼ਾ ਹੈ, ਲੋਕ ਸਾਰੇ ਜਾਣਨਾ ਚਾਹੁੰਦੇ ਆ ਵੀ ਐਡਮਿਸ਼ਨ ਇੱਥੇ ਤਾਂ ਨੀਟ ਦਾ ਪੇਪਰ ਕਲੀਅਰ ਕਰਨਾ ਪੈਂਦਾ, ਉਹਦੇ 'ਚ ਰੈਂਕਿੰਗ ਲੈਣੀ ਪੈਂਦੀ ਹੈ, ਫਿਰ ਅੱਗੇ ਤੁਹਾਡੀ ਰੈਂਕਿੰਗ ਮੁਤਾਬਕ ਐਡਮਿਸ਼ਨ ਹੁੰਦੀ ਹੈ। ਯੂਕਰੇਨ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਹੈ ਮੈਡੀਕਲ ਦੀ ਪੜ੍ਹਾਈ ਵਾਸਤੇ ਦਾਖਲੇ ਦਾ? ਸਰ ਉੱਧਰ ਪੜ੍ਹਾਈ ਲਈ ਮੇਨ ਜਦੋਂ ਅਸੀਂ ਕੰਟੈਕਟ ਕੀਤਾ ਨੀਟ, ਇੱਧਰ ਨੀਟ ਕੁਆਲੀਫਾਈ ਮੰਗਦੇ ਆ, ਉਹ ਵੀ ਨੀਟ ਕੁਆਲੀਫਾਈ ਹੋਣਾ ਚਾਹੀਦਾ ਹੈ ਜੀ। +2 'ਚ ਮਿਨੀਮਮ ਪਰਸੈਂਟੇਜ ਹੋਣੀ ਚਾਹੀਦੀ ਹੈ, 60 ਜਾਂ 50 60 ਇੰਨੀ ਸੀ ਉਸ ਟਾਈਮ, ਹੁਣ ਸ਼ਾਇਦ ਥੋੜ੍ਹੀ ਚੇਂਜ ਹੋ ਸਕਦੀ ਹੈ। ਬਾਕੀ ਸਰ ਹੋਰ ਕੋਈ ਇਹੋ ਜਿਹੀ ਸਪੈਸੀਫਿਕ ਰਿਕੁਆਇਰਮੈਂਟਸ ਨਹੀਂ ਹੈ, ਬਸ ਨੀਟ ਕੁਆਲੀਫਾਈ ਹੋਣਾ ਚਾਹੀਦਾ ਬਸ। ਇਹ ਸਨ ਕਰਮਵੀਰ, ਜਿਹੜੇ 24 ਤਰੀਕ ਨੂੰ ਜਦੋਂ ਜੰਗ ਸ਼ੁਰੂ ਹੁੰਦੀ ਹੈ ਰਸ਼ੀਆ ਅਤੇ ਯੂਕਰੇਨ ਦੇ ਵਿੱਚ, ਉਸ ਸਮੇਂ ਤੋਂ ਲੈ ਕੇ 6 ਤਰੀਕ ਤੱਕ ਔਖਾ ਇਹਨਾਂ ਦਾ ਸਫ਼ਰ ਰਿਹਾ, ਜਿਹੜਾ ਘਰ ਵਾਪਸੀ ਤੱਕ। ਅੱਜ ਅਸੀਂ ਇਹਨਾਂ ਨਾਲ ਘਰ ਪੁੱਜ ਕੇ ਗੱਲਬਾਤ ਕੀਤੀ ਹੈ, ਅਤੇ ਸਾਡੇ ਨਾਲ ਇਹਨਾਂ ਦੇ ਮਾਤਾ ਜੀ ਵੀ ਹੈ, ਅਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਕਰਮਵੀਰ ਦੇ ਮਾਤਾ ਹੋ,
ਤੇ 4 ਸਾਲ ਪਹਿਲਾਂ ਤੁਹਾਡੇ ਕੋਲੇ ਗਿਆ ਸੀਗਾ, ਰੂਟੀਨ 'ਚ ਕਾਫੀ ਵਾਰੀ ਇੱਥੇ ਛੁੱਟੀਆਂ ਕੱਟਣ ਵੀ ਆਇਆ ਹੋਣਾ ਹੈ। ਹੁਣ ਜਦੋਂ ਇਹ ਜੰਗ ਸ਼ੁਰੂ ਹੋਈ ਸੀਗੀ ਉਸ ਤੋਂ ਲੈ ਕੇ ਘਰ ਵਾਪਸੀ ਤੱਕ ਤੁਹਾਡਾ ਵੀ ਸਮਾਂ ਕਿੱਦਾਂ ਬਤੀਤ ਹੋਇਆ? ਵੀਰੇ ਬਹੁਤ ਬੁਰਾ ਹੀ ਹਾਲ ਸੀ ਸਾਡਾ, ਤਾਂ ਪਤਾ ਹੀ ਹੈ ਵੀਰੇ ਮਾਂ ਦਾ ਕੀ ਹਾਲ ਹੁੰਦਾ ਬੱਚੇ ਤੋਂ ਜੀ। ਬਗੈਰ। ਗੱਲਬਾਤ ਹੋ ਜਾਂਦੀ ਸੀ ਕਰਮਵੀਰ ਨਾਲ? ਹਾਂ ਵੀਰੇ, ਮੈਸੇਜ ਹੋ ਰਿਹਾ ਸੀ 3-4 ਦਿਨਾਂ ਤੋਂ, ਤਾਂ ਪਹਿਲਾਂ ਗੱਲ ਵੀ ਹੋ ਰਹੀ ਸੀ। ਤੁਹਾਨੂੰ ਪਹਿਲੇ 24 ਤੋਂ ਪਹਿਲਾਂ ਇਹਨਾਂ ਨਾਲ ਮਾਹੌਲ ਬਾਰੇ ਤੁਹਾਨੂੰ ਇੱਥੇ ਵੀ ਕਿਉਂਕਿ ਖਬਰਾਂ ਤਾਂ ਆ ਰਹੀਆਂ ਸੀ, ਤੁਸੀਂ ਉਦੋਂ ਨਹੀਂ ਇਹਨਾਂ ਨੂੰ ਆਖਿਆ ਕਿ ਵਾਪਸੀ ਦਾ ਜਾਂ ਕੋਈ ਗੱਲਬਾਤ ਹੁੰਦੀ ਸੀ? ਵੀਰੇ ਅਸੀਂ ਨੂੰ ਕਿਹਾ ਸੀ ਬੇਟੇ ਨੂੰ ਵੀ ਆ ਜਾ ਤੂੰ ਵਾਪਸ ਆ ਜਾ। ਪਹਿਲਾਂ ਇਹ ਕਹਿੰਦਾ ਮੈਂ ਹਾਂ ਲੈਣਾ ਵੀ ਮੈਂ ਕਰਵਾ ਦਿੰਦਾ ਵੀ ਫਲਾਈਟ ਇੱਕ ਵਾਰੀ, ਉਦੋਂ ਨਹੀਂ ਮਿਲੀ ਪਹਿਲਾਂ, ਫਿਰ ਬੱਚਾ ਕਰਵਾਉਣੀ ਚਾਹੁੰਦਾ ਸੀ ਤਾਂ ਫਿਰ ਬੰਦ ਹੋ ਗਈਆਂ ਚੁੱਕੀਆਂ ਸੀਗੀਆਂ। ਹੁਣ ਖੁਸ਼ ਹੋ? ਹਾਂ ਵੀਰੇ ਖੁਸ਼ ਹਾਂ ਮੈਂ ਤਾਂ, ਨਹੀਂ ਪ੍ਰਮਾਤਮਾ ਜਿਹੋ ਜਿਹਾ ਬੱਚਾ ਮੇਰਾ ਉਹ ਸਭ ਦੇ ਹੋ ਹੀ ਜਾਏ, ਸਾਰਿਆਂ ਦੇ ਕੋਲੇ ਆ ਜਾਣ ਬੱਚੇ, ਮੈਂ ਤਾਂ ਇਹ ਆ ਨਹੀਂ ਮਾਪਿਓ ਕੋਲੇ। ਇਹ ਸਨ ਕਰਮਵੀਰ ਦੇ ਮਾਤਾ ਜੀ, ਜਿਨੇ ਇਕੱਲੇ ਆਪਣੇ ਬੱਚੇ ਦੀ ਨਹੀਂ, ਜਿਹੜੇ ਕਹਿੰਦੇ ਆ ਵੀ ਉੱਥੇ ਬੱਚੇ ਹੋਰ ਵੀ ਫਸੇ ਆ, ਜੇ ਕੋਈ ਰਹਿ ਗਿਆ ਕਿਸੇ ਉਹ ਵੀ ਆਪਣੇ ਆਪ ਸਹੀ ਸਲਾਮਤ ਜਿਹੜੇ ਘਰ ਪਹੁੰਚਣ। ਤੇ ਸਾਡੇ ਨਾਲ ਗੱਲਬਾਤ ਕਰਨ ਲਈ ਕਰਮਵੀਰ ਤੇ ਤੁਹਾਡਾ ਵੀ ਧੰਨਵਾਦ ਜੀ।